खेती कानून के मुद्दे ते किसानां ते केंद्र सरकार विचकार रेड़का जारी है। किसानां ते सरकार दरमियान मीटिंग बेसिटा रही है। अगली बैठक 15 जनवरी ਨੂੰ ਹੋਵੇਗੀ। किसानां ने फिर दोहराया कि सरकार खेती कानून रद्द करे ਅਤੇ MSP ਦੀ ਕਾਨੂੰਨੀ ਗਾਰੰਟੀ ਦੇਵੇ। जो सरकार ਦੇ ਅੱਜ ਬਿਆਨ ਉਹਦੇ ਤੇ ਪ੍ਰੈਸ ਦੇ ਵਿੱਚ ਸਰਕਾਰ ਨੇ ਉਹੀ ਕੁਝ ਸੋਚਿਆ ਹੈ ਤੇ ਆ ਕੇ ਉਹਨਾਂ ਨੇ ਕਿਹਾ ਵੀ ਇਹ ਕਾਨੂੰਨ ਆ ਜਿਹੜੇ ਅਸੀਂ ਸਾਰੇ ਦੇਸ਼ ਦੇ ਕਿਸਾਨਾਂ ਲਈ ਬਣਾਏ ਨੇ। ਇਸ ਲਈ ਇਹਨਾਂ ਕਾਨੂੰਨਾਂ ਨੂੰ ਉਹ ਦੇਸ਼ ਦੇ ਦੂਜੇ ਹਿੱਸਿਆਂ ਦੇ ਜਿਹੜੇ ਕਿਸਾਨ ਹੈਗੇ ਉਹ ਚਾਹੁੰਦੇ ਆ ਕਾਨੂੰਨ ਚੰਗੇ ਆ, ਸਾਡੇ ਭਲੇ ਲਈ ਆ, ਫਾਇਦੇ 'ਚ ਨੇ, ਅਸੀਂ ਇਹਨਾਂ ਨੂੰ ਰੱਦ ਨਹੀਂ ਕਰਾਉਣਾ ਚਾਹੁੰਦੇ। ਇਸ ਲਈ ਸਰਕਾਰ ਕਹਿੰਦੀ ਅਸੀਂ ਇਹਨਾਂ ਨੂੰ ਰੱਦ ਨਹੀਂ ਕਰ ਸਕਦੇ। ਕਿਸਾਨਾਂ ਨੇ ਕਿ ਨੁਮਾਇੰਦਿਆਂ ਨੇ ਕਿਹਾ ਵੀ ਤੁਸੀਂ ਪਹਿਲਾਂ ਸਾਡੇ ਨਾਲ ਗੱਲ ਇਸ ਕਰਕੇ ਕੀਤੀ ਸੀ ਵੀ ਅਸੀਂ ਇਹਨਾਂ ਨੂੰ ਕਾਨੂੰਨਾਂ ਨੂੰ ਰੱਦ ਕਰਨ ਦੀ ਕੋਈ ਪ੍ਰਕਿਰਿਆ ਲੈ ਕੇ ਆਵਾਂਗੇ। ਉਹਨਾਂ ਕਿਹਾ ਵੀ ਇਹਨਾਂ ਨੂੰ ਰੱਦ ਕਰਨਾ ਸਾਡੇ ਲਈ ਮੁਸ਼ਕਲ ਹੈ। ਉਸ ਤੇ ਜਦੋਂ ਡੈਡਲਾਕ ਹੋਇਆ ਸਰਕਾਰ ਉੱਠ ਕੇ ਚਲੀ ਗਈ ਵੀ ਅਸੀਂ ਕੁਝ ਵਿਚਾਰ ਲਈਏ। ਵਿਚਾਰਨ ਤੋਂ ਬਾਅਦ ਜਦੋਂ ਦੁਬਾਰਾ ਆਏ ਉਹਨਾਂ ਪ੍ਰਪੋਜ਼ਲ ਰੱਖੀ ਵੀ ਕੋਈ ਛੋਟੀ ਕਮੇਟੀ ਬਣਾ ਲਈਏ ਜਿਹਦੇ ਵਿੱਚ ਆਪਾਂ ਬਹਿ ਕੇ ਵਿਚਾਰ ਸਕੀਏ। ਕਿਸਾਨਾਂ ਨੇ ਇਹ ਗੱਲ ਕਿਹਾ ਵੀ ਇਹਨਾਂ ਗੱਲਾਂ ਨੂੰ ਅਸੀਂ ਉਰੇ ਕੋਈ ਫੈਸਲਾ ਨਹੀਂ ਕਰ ਸਕਦੇ। ਸਰਕਾਰ ਨੇ ਦੁਬਾਰਾ ਇਹ ਰਿਕੁਐਸਟ ਕੀਤੀ ਵੀ ਇਹ ਕਾਨੂੰਨਾਂ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਅਸੀਂ ਵੀ ਵਿਚਾਰਾਂਗੇ, ਤੁਸੀਂ ਵੀ 15 ਤਰੀਕ ਨੂੰ ਦੁਬਾਰਾ ਗੱਲ ਕਰਨੀ ਚਾਹੁੰਦੇ ਆ। ਕਿਸਾਨਾਂ ਦੇ ਨੁਮਾਇੰਦਿਆਂ ਨੇ ਕਿਹਾ ਵੀ ਅਸੀਂ ਦੁਬਾਰਾ ਆਪਣੀ ਗੱਲਬਾਤ ਵਿਚਾਰਾਂਗੇ, ਵਿਚਾਰ ਕੇ 15 ਤਰੀਕ ਦਾ ਫੈਸਲਾ ਕਰਾਂਗੇ ਦੁਬਾਰਾ। ਉਹਦੇ ਕੇਂਦਰ ਦੀ ਜਿਹੜੀ ਇਹ ਸਰਕਾਰ ਆ, ਤਾਨਾਸ਼ਾਹ ਸਰਕਾਰ ਆ, ਹਿਟਲਰ ਦੇ ਕਦਮਾਂ ਤੇ ਚੱਲਣ ਵਾਲੀ ਸਰਕਾਰ ਆ। ਤੁਸੀਂ ਦੇਖੋ ਕਿ ਕੁਛ ਵਾਸ਼ਿੰਗਟਨ ਦੇ ਵਿੱਚ ਵਾਪਰਦਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਟਵੀਟ ਕਰਦੇ ਆ ਇਸ 70 ਕਿਸਾਨ ਸ਼ਹੀਦ ਹੋ ਜਾਂਦੇ ਤੇ ਪ੍ਰਧਾਨ ਮੰਤਰੀ ਇੱਕ ਸਿੰਗਲ ਸ਼ਬਦ ਵੀ ਜਿਹੜਾ ਉਹ ਨਹੀਂ ਬੋਲਦੇ, ਜਿਸ ਤੋਂ ਤੈਅ ਆ ਕਿ ਸਰਕਾਰ ਲੋਕ ਵਿਰੋਧੀ ਆ, ਲੋਕਾਂ ਦੀ ਦੁਸ਼ਮਣ ਆ ਔਰ ਇਸ ਤਰ੍ਹਾਂ ਦੀ ਸਰਕਾਰ ਨੂੰ ਝੁਕਾਉਣ ਵਾਸਤੇ ਇਤਿਹਾਸ ਸਿਰਜਣ ਦੀ ਜ਼ਰੂਰਤ ਹੁੰਦੀ ਆ ਤੇ ਉਹ ਇਤਿਹਾਸ 26 ਜਨਵਰੀ ਨੂੰ ਸਿਰਜਿਆ ਜਾਊਗਾ ਤੇ ਸਰਕਾਰ ਝੁਕਾਈ ਜਾਊਗੀ। ਮਤਲਬ ਅਸੀਂ ਸਾਡੇ ਜਿਹੜਾ ਬੁਲਾਰੇ ਨੇ ਉਹਨਾਂ ਨੇ ਗੱਲ ਰੱਖਤੀ, ਅਸੀਂ ਜਿੰਨਾ ਚਿਰ ਤਿੰਨੇ ਕਾਨੂੰਨ ਰੱਦ ਨਹੀਂ ਕਰਦੇ ਅਸੀਂ ਕੋਈ ਗੱਲ ਨਹੀਂ ਮੰਨਾਂਗੇ। ਉੱਥੇ ਉਹ ਚਾਹੁੰਦੇ ਸੀ ਵੀ ਖੇਤੀ ਕਾਨੂੰਨ ਦੀ ਗੱਲ ਤੋੜ ਲਈਏ, ਖੇਤੀਬਾੜੀ ਮੰਤਰੀ ਚਾਹੁੰਦਾ ਸੀ, ਅਸੀਂ ਸਪਸ਼ਟ ਜਵਾਬ ਦੇ ਦਿੱਤਾ ਵੀ ਬਿਲਕੁਲ ਨਹੀਂ। ਫਿਰ ਉਹ ਚਲੇ ਗਏ, ਫਿਰ ਉਹ ਆਏ ਮੇਰਾ ਖਿਆਲ ਸਵਾ ਘੰਟੇ ਬਾਅਦ। ਮੈਂ ਆਉਣ ਸਾਰ ਫਿਰ ਉਹੀ ਗੱਲ ਫਿਰ ਉਹਨੇ ਰੱਖਣ ਦੀ ਕੋਸ਼ਿਸ਼ ਕਰੀ, ਅਸੀਂ ਜਵਾਬ ਦਿੱਤਾ। ਸਾਡੇ ਚਾਰੇ ਬੁਲਾਰੇ ਨੇ ਇੱਥੋਂ ਤੱਕ ਗੱਲ ਕਹੀ ਤੀ ਵੀ ਇਹ ਛੋਟੀ ਗੱਲ ਤਾਂ ਛੱਡੋ, ਮੰਨਾਂਗੇ ਕੀ ਮੰਨਾਂਗੇ, ਜੇ ਕੋਰਟ ਨੇ ਵੀ ਸਾਡੇ ਖਿਲਾਫ ਫੈਸਲਾ ਕਰਤਾ ਸੀ ਤਾਂ ਵੀ ਨਹੀਂ ਮੰਨਦੇ। ਸਰਕਾਰ ਦਾ ਵਤੀਰਾ ਬਹੁਤ ਮਾੜਾ ਸੀ ਅੱਜ, ਤੇ ਉਹਨਾਂ ਨੇ ਆਫਰ ਕੀਤਾ ਤੁਸੀਂ ਸੁਪਰੀਮ ਕੋਰਟ ਆ ਜਾਓ। ਸੁਪਰੀਮ ਕੋਰਟ ਨੂੰ 11 ਤਰੀਕ ਪਈ ਹੋਈ ਆ, ਇਹਨਾਂ ਨੇ ਆਪਣੇ ਬੰਦੇ ਕੋਲੋਂ ਅਪੀਲ ਕਰਾਈ ਆ, ਅਸੀਂ ਤਾਂ ਕੋਰਟ 'ਚ ਗਏ ਨਹੀਂ, ਨਾ ਸਰਕਾਰ ਕੋਰਟ 'ਚ ਗਈ ਹੈ। ਸੁਪਰੀਮ ਕੋਰਟ ਨੇ ਉਲਟਾ ਸਰਕਾਰ ਨੂੰ ਕਿਹਾ ਵੀ ਗੱਲਬਾਤ ਕਰਕੇ ਕਿਸਾਨਾਂ ਦਾ ਮਸਲਾ ਹੱਲ ਕਰੋ। ਉਹ ਅੱਜ ਤਰੀਕ ਦੇਣਾ ਚਾਹੁੰਦੀ ਸੁਪਰੀਮ ਕੋਰਟ, ਇਹਨਾਂ ਨੇ ਕਹਿੰਦਾ ਸਾਡੀ ਗੱਲਬਾਤ ਚੱਲਦੀ ਹੈ। ਉਹ ਉੱਥੇ ਝੂਠ ਬੋਲ ਕੇ ਤਰੀਕ ਲੈ ਲਈ ਹੈ। ਹੁਣ 11 ਤਰੀਕ ਆ, ਕੀ ਕਹਿੰਦੀ ਕੋਰਟ ਨੇ? ਕੋਰਟ ਤਾਂ ਇਹ ਕਹਿ ਰਹੀ ਵੀ ਸੈਟਲਮੈਂਟ ਕਰੋ। ਕਿਸਾਨਾਂ ਦੀਆਂ ਪੀਸਫੁਲ ਮੁਜ਼ਾਹਰਾ ਕਰ ਰਹੇ ਆ, ਉਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਉਹਨਾਂ ਦੀਆਂ ਜੈਨੂਇਨ ਡਿਮਾਂਡਸ ਆ। ਇਹ ਵੀ ਉਹਨੇ ਕਿਹਾ ਵੀ ਤੁਹਾਨੂੰ ਬਹਿ ਕੇ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਉਹ ਸਾਨੂੰ ਹੁਣ ਕਹਿੰਦੇ ਕੋਰਟ ਵਿੱਚ ਤੁਸੀਂ ਆ ਜਾਓ, ਅਸੀਂ ਕਹਿੰਦੇ ਡੇਲੀ ਵੇਸ 'ਤੇ ਸੁਣ ਲਓ। ਅਸੀਂ ਦੋ ਟੋਕ ਕਹਿਤਾ ਵੀ ਸੁਪਰੀਮ ਕੋਰਟ ਵਿੱਚ ਤੁਹਾਡਾ ਕੀ ਵਤੀਰਾ, ਜੇ ਤੁਸੀਂ ਚਾਹੁੰਦੇ ਹੋ ਰੱਦ ਕਰਨਾ ਤੁਸੀਂ ਕ੍ਰੈਡੀਬਿਲਿਟੀ ਲਓ, ਤੁਸੀਂ ਕੋਰਟਾਂ ਦੇ ਕੋਲ ਛੱਡਣਾ ਚਾਹੁੰਦੇ ਹੋ। ਪਾਸ ਤੁਸੀਂ ਕੀਤੇ ਕਾਨੂੰਨ, ਤੁਸੀਂ ਮੁੜ ਕੇ ਕੋਰਟਾਂ ਕੋਲ ਵਰਡਿਕਟ ਲੈਂਦੇ ਫਿਰੋ, ਉਹਨਾਂ ਡਿਲੇ ਹੋ ਕੇ ਜਾਂਦੇ ਤੁਸੀਂ ਕਾਨੂੰਨ ਲਾਗੂ ਕਰ ਦੇਵੋ। ਇਹ ਤਾਂ ਮੈਥਡ ਕੋਈ ਠੀਕ ਨਹੀਂ ਗਾ। ਉਹ ਤੇ ਉਹ ਆਏ ਨਹੀਂ ਹਾਲੇ, ਤੇ ਅਸੀਂ ਬੜਾ ਸਖਤੀ ਨਾਲ ਕਹਿ ਦਿੱਤਾ ਵੀ ਅਸੀਂ ਆਪਣਾ ਅੰਦੋਲਨ ਜਾਰੀ ਰੱਖਾਂਗੇ, ਤੁਸੀਂ ਆਪਣੀ ਤਿਆਰੀ ਕਰੋ, ਅਸੀਂ ਆਪਣੀ ਕਰਾਂਗੇ। 30 ਦਸੰਬਰ ਨੂੰ ਹੋਈ ਬੈਠਕ 'ਚ ਕਿਸਾਨਾਂ ਵੱਲੋਂ ਰੱਖੀਆਂ 4 ਮੁੱਖ ਮੰਗਾਂ 'ਚੋਂ 2 ਮੰਗਾਂ ਸਰਕਾਰ ਨੇ ਮੰਨ ਲਈਆਂ ਸਨ। ਪਰਾਲੀ ਆਰਡੀਨੈਂਸ 'ਚ ਕਿਸਾਨਾਂ ਲਈ ਸਰਕਾਰ ਨੇ ਸੋਧ ਦਾ ਐਲਾਨ ਕੀਤਾ ਸੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ। ਹੁਣ ਸਰਕਾਰ ਨੂੰ ਉਮੀਦ ਹੈ ਕਿ 15 जनवरी ਦੀ ਮੀਟਿੰਗ ਸਾਰਥਕ रहेगी। वार्ता में तीनों कानूनों से संबंधित ही चर्चा होती रही, लेकिन कोई निर्णय आज नहीं हो सका। सरकार का लगातार यह आग्रह रहा कि रिपील के अतिरिक्त कोई और विकल्प अगर यूनियन दे तो सरकार उस पर विचार करेगी, लेकिन बहुत देर तक चर्चा के बाद भी कोई विकल्प आज प्रस्तुत नहीं किए जा सके और इसलिए आज चर्चा का दौर यहीं स्थगित हुआ और यूनियन और सरकार दोनों ने मिलकर ये तय किया है कि 15 जनवरी को पुनः दोपहर 12 बजे वार्ता के लिए इकट्ठा होंगे
वो लोग भी अपने यहाँ बात करेंगे, हम लोग भी अपने यहाँ बात करेंगे और मुझे आशा है कि 15 तारीख की जो बैठक होगी उसमें कोई समाधान ढूंढने में हम लोग सफल होंगे। स्वाभाविक रूप से अंदर जब चर्चा होती है तो बहुत सारी बातें होती हैं और उन सब बातों को सार्वजनिक करना उचित नहीं होता, लेकिन जब चर्चा हुई और चर्चा में निर्णय तक नहीं पहुंच सके तो निश्चित रूप से कई विषय ऐसे हैं जो उनके भी ध्यान में आए, कई विषय ऐसे हैं जो हमारे भी ध्यान में आए। तो इसलिए जब अगली चर्चा होगी तो अगली चर्चा में वो सब बातचीत करके ही दोनों पक्ष बैठेंगे। ਮਸਲੇ ਦਾ ਹੱਲ ਕੱਢਣ ਲਈ ਕਿਸਾਨਾਂ ਤੇ ਸਰਕਾਰ ਦਰਮਿਆਨ ਵਿਚੋਲਗੀ ਦੀ ਕੋਸ਼ਿਸ਼ ਕਰ ਰਹੇ ਨਾਨਕਸਰ ਸੰਪਰਦਾ ਦੇ ਬਾਬਾ ਲੱਖਾ ਸਿੰਘ ਬਾਰੇ ਵੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਹ ਕਿਸਾਨਾਂ ਦਾ ਦਰਦ ਲੈ ਕੇ ਪਹੁੰਚੇ ਸਨ। मुझे इस बात की प्रसन्नता है कि बाबा लखा सिंह जी सिख समाज के धार्मिक संत हैं और उनके मन में यह दर्द था कि किसान आंदोलन पर हैं, सर्दी का मौसम है और ऐसे में इसका समाधान जल्दी होना चाहिए। तो उन्होंने मुझे सूचना भेजी, मैंने बहुत सम्मान से उनका समय निश्चित किया। वो वार्ता के लिए पधारे, उन्होंने किसानों की बात को सरकार के समक्ष रखा, मैंने सरकार के कानूनी पक्ष को उनके समक्ष रखा और मैंने उनसे ये प्रार्थना की कि आप यूनियंस के लीडर्स से बात करें। यूनियन के लीडर रिपील के अतिरिक्त जो भी विचार व्यक्त करते हैं वो सीधा हमको विचार व्यक्त करें, हमको प्रस्ताव दें, अथवा वो अगर आपको भी कोई प्रस्ताव देते हैं और आप हमको कन्वे करते हैं तो भी निश्चित रूप से हम विचार करेंगे। तो मध्यस्थता के लिए हमने बाबा लखा सिंह जी को नहीं कहा, उनके मन में किसानों के प्रति जो दर्द था उसके कारण उन्होंने हमको कहा। तो स्वाभाविक रूप से विषय किसानों का भी है और विषय धार्मिक संत का भी है, तो किसानों का भी सम्मान हमारे मन में है और धार्मिक संत का भी सम्मान हमारे मन में है। इसलिए बाबा लखा सिंह जी से बहुत अच्छे वातावरण में चर्चा हुई और मुझे आशा है कि शायद उन्होंने संबंधित लोगों से बात की हो। बाबा जी एक बात बताइए, आप मिले हैं और आपने ये बात कही है कि आप मध्यस्थता करेंगे, मीडिएटरशिप के लिए तैयार हुए हैं आप सरकार और किसानों के बीच में, है नहीं? देखो हुए तो आप कदम उठाया, उसके बाद किसानों के बीच भी आके बैठे हैं। किसानों को ये मंजूर है आपका मीडिएटर नहीं, बनना? ऐसे नहीं होता। नहीं, आपने उनको बताया होगा, किसानों ने आपसे सवाल किए होंगे। ऐसे बात है, एक व्यक्ति हो तो उनके साथ बात होगी तो फैसला हो गया, लेकिन 42 जो संगठन है वो 42 लोगों की जो पार्टियां, 42 पार्टियों को जो इकट्ठे बैठेंगे, जो हमारी बात की है उनके बीच वो बात उठाई जाएगी। फिर उसके बाद कोई वो हल सोचेंगे, हमने जे ऐसे करना या नहीं करना, जो वो जवाब देंगे उसके बाद अगला जो कदम उठाया जाएगा। 11 जनवरी ਨੂੰ ਕਿਸਾਨ ਅੰਦੋਲਨ ਤੇ ਸੁਪਰੀਮ ਕੋਰਟ 'ਚ ਵੀ ਸੁਣਵਾਈ ਹੋਣੀ ਹੈ। ਹਾਲਾਂਕਿ ਕਿਸਾਨ ਸਾਫ਼ ਕਰ ਚੁੱਕੇ ਨੇ ਕਿ ਉਹ ਆਪਣਾ ਸ਼ਾਂਤਮਈ ਧਰਨਾ ਕਿਸੇ ਵੀ ਕੀਮਤ ਉੱਤੇ ਖਤਮ ਨਹੀਂ ਕਰਨਗੇ। ਅਜਿਹੇ 'ਚ 15 ਜਨਵਰੀ ਨੂੰ ਦੁਪਹਿਰ 12 ਵਜੇ ਕਿਸਾਨਾਂ ਤੇ ਕੇਂਦਰ ਵਿਚਕਾਰ ਮੁੜ ਮੀਟਿੰਗ ਹੋਵੇਗੀ। ABP Sonja, जोश, जज्बा, जुनून।